ਫਰਦਰ ਜਿਹੜਾ ਆਈ ਹੈ ਇਮੀਟਰ ਕਰੰਟ ਜਿਹੜਾ ਹੈ ਉਹ ਇਨਕਰੀਜ਼ ਕਰ ਰਿਹਾ ਰੈਪਿਡਲੀ। ਤੁਸੀਂ ਦੇਖੋ ਇੱਥੇ ਸਲੋਪ ਜਿਹੜਾ ਹੈ ਉਹ ਇੱਥੇ ਤੇ ਥੋੜਾ ਸਲੋ ਰਾਈਜ਼ ਹੈ, ਇੱਥੇ ਜਾ ਕੇ ਬਹੁਤ ਜ਼ਿਆਦਾ ਸ਼ਾਰਪ ਰਾਈਜ਼ ਹੈ। ਤਾਂ ਉਹਦੇ ਨਾਲ ਕੀ ਹੈ ਬਹੁਤ ਜ਼ਿਆਦਾ ਸ਼ਾਰਪ ਜਿਹੜਾ ਵਾ ਉਹ ਇਨਕਰੀਜ਼ ਹੋ ਰਿਹਾ ਹੈ। ਤਾਂ ਉਹਦੇ ਤੋਂ ਅਸੀਂ ਜਿਹੜਾ ਵਾ ਇਨਪੁਟ ਰੈਜ਼ਿਸਟੈਂਸ ਜਿਹੜਾ ਵਾ ਉਹ ਵੀ ਪਤਾ ਕਰ ਸਕਦੇ ਹਾਂ। ਰੈਜ਼ਿਸਟੈਂਸ ਜਿਹੜਾ ਵਾ ਉਹ ਵੋਲਟੇਜ ਅਪੋਨ ਕਰੰਟ ਜਿਵੇਂ ਹੁੰਦਾ ਹੈ ਤਾਂ ਤੁਸੀਂ ਡੈਲਟਾ VEB ਅਪੋਨ ਡੈਲਟਾ IE ਤੁਸੀਂ ਲੈ ਲਓਗੇ ਐਟ ਸਮ ਕੌਂਸਟੈਂਟ ਵੈਲਿਊ ਆਫ VCB। ਤਾਂ ਇੱਥੋਂ ਜਿਹੜਾ ਵਾ ਉਹ ਤੁਸੀਂ RI ਜਿਹੜਾ ਵਾ ਇਨਪੁਟ ਰੈਜ਼ਿਸਟੈਂਸ ਜਿਹੜਾ ਹੈ ਉਹ ਤੁਸੀਂ ਪਤਾ ਕਰ ਸਕਦੇ ਹੋ ਟਰਾਂਸਿਸਟਰ ਦਾ। ਫਰਦਰ ਤੁਹਾਡੇ ਕੋਲ ਆਉਂਦੀਆਂ ਨੇ ਆਊਟਪੁੱਟ ਕਰੈਕਟਰਿਸਟਿਕਸ ਜਾਂ ਫਿਰ ਕੋਲੈਕਟਰ ਕਰੈਕਟਰਿਸਟਿਕਸ, ਕਿਉਂਕਿ ਬੇਸ ਕਾਮਨ ਹੈ ਤੇ ਇਸ ਲਈ ਕੋਲੈਕਟਰ ਦੇ ਨਾਮ ਨਾਲ ਅਸੀਂ ਜਿਹੜਾ ਵਾ ਉਹਨੂੰ ਬੋਲ ਰਹੇ ਹਾਂ। ਇਹਦੇ ਵਿੱਚ ਜਿਹੜਾ ਗ੍ਰਾਫ ਹੈ ਇਹ 'ਚ ਅਸੀਂ ਕੋਲੈਕਟਰ ਬੇਸ ਵੋਲਟੇਜ ਲੈਣੀ ਹੈ ਔਰ ਕੋਲੈਕਟਰ ਕਰੰਟ ਹੀ ਲੈਣਾ ਹੈ, ਬਟ ਇਮੀਟਰ ਜਿਹੜਾ ਕਰੰਟ ਹੈ EIE ਜਿਹੜਾ ਉਹਨੂੰ ਕਾਂਸਟੈਂਟ ਲੈਣਾ ਹੈ। ਇਨਪੁਟ ਵਾਲੇ ਨੂੰ ਅਸੀਂ ਕਾਂਸਟੈਂਟ ਲੈ ਲਿਆ ਔਰ ਆਊਟਪੁੱਟ ਵਾਲੇ ਨੂੰ ਅਸੀਂ ਇਨਕਰੀਜ਼ ਜਾਂ ਡਿਕਰੀਜ਼ ਕੀਤਾ, ਅਤੇ ਸਾਡੇ ਕੋਲ ਜਿਹੜੀਆਂ ਕੁਝ ਕਰੈਕਟਰਿਸਟਿਕਸ ਜਿਹੜੀਆਂ ਨੇ ਸਾਡੇ ਕੋਲ ਇਸ ਤਰ੍ਹਾਂ ਦਾ ਜਿਹੜਾ ਗ੍ਰਾਫ ਹੈ ਜਿਹੜਾ ਸਾਨੂੰ ਮਿਲਦਾ ਹੈ। ਤੋ IE = 0 ਦੇ ਨੀਚੇ ਜਿਹੜਾ ਰੀਜਨ ਹੈ ਇਹਦੇ ਵਿੱਚ ਅਸੀਂ ਰੀਜਨਸ ਡਿਫਾਈਨ ਕਰਦੇ ਹਾਂ। ਬੇਸਿਕਲੀ IE = 0 ਯਾਨੀ ਕਿ ਤੁਸੀਂ ਇਨਪੁਟ ਬਿਲਕੁਲ ਨਹੀਂ ਦਿੱਤੀ, ਉਹਦੇ ਥੱਲੇ ਜਿਹੜਾ ਵਾ ਉਹ ਸਾਰਾ ਕੱਟ ਆਫ ਰੀਜਨ ਹੈ, ਔਰ ਜਿਹੜਾ ਰੀਜਨ ਜਿਹਦੇ ਵਿੱਚ ਜਸਟ ਇਨਕਰੀਜ਼ ਹੋ ਰਿਹਾ ਇਹ ਜਿਹੜੀ ਚੀਜ਼ ਇਹ ਸਾਰੀ ਜਿਹੜੀ ਆ ਇਹ ਤੁਹਾਡੀ ਸੈਚੂਰੇਸ਼ਨ ਰੀਜਨ ਹੈ, ਔਰ ਇੱਧਰ ਵਾਲੇ ਸਾਈਡ 'ਤੇ ਜਿਹੜਾ ਵਾ ਉਹ ਤੁਹਾਡਾ ਐਕਟਿਵ ਰੀਜਨ ਜਿਹੜਾ ਵਾ ਉਹ ਤੁਹਾਡਾ ਸ਼ੋ ਹੁੰਦਾ ਹੈ। ਤਾਂ ਹੁਣ ਅਸੀਂ ਜਿਹੜੇ ਇਹ ਤਿੰਨੋਂ ਰੀਜਨਸ ਹੈ ਉਹਨਾਂ ਨੂੰ ਅਸੀਂ ਜਿਹੜਾ ਵਾ ਫਰਦਰ ਐਕਸਪਲੇਨ ਕਰਾਂਗੇ। ਤੋ ਸਭ ਤੋਂ ਪਹਿਲੇ ਤੇ ਅਸੀਂ ਐਕਟਿਵ ਰੀਜਨ ਲੈ ਲਈਏ। ਐਕਟਿਵ ਰੀਜਨ ਜਿਹੜਾ ਵਾ ਤੁਸੀਂ ਦੇਖ ਸਕਦੇ ਹੋ ਆਲਮੋਸਟ ਫਲੈਟ ਕਰਵਸ ਨੇ ਤੁਹਾਡੀਆਂ। IC ਦੀ ਜਿਹੜੀ ਵੈਲਿਊ ਹੈ ਜਿਵੇਂ ਇਹਦੀ 40 ਦੇ ਕੋਲ ਆ ਤਾਂ ਇਹਦੀ ਵੀ 40 ਦੇ ਕੋਲ ਹੀ ਹੈ। ਜਿਵੇਂ ਇਹਦੀ 20 ਮਿਲੀ ਐਂਪੀਅਰ ਹੈ ਤਾਂ ਇਹ ਵੀ 20 ਮਿਲੀ ਐਂਪੀਅਰ, ਕਿਉਂਕਿ ਇਹ ਨੈਗੇਟਿਵ ਰਿਵਰਸ ਬਾਇਸਡ ਹੈ ਬੇਸਿਕਲੀ, ਤਾਂ ਇਸ ਲਈ ਇੱਥੇ ਨੈਗੇਟਿਵ ਵੈਲਿਊਜ਼ ਜਿਹੜੀਆਂ ਨੇ ਸ਼ੋ ਕੀਤੀਆਂ ਹੋਈਆਂ ਨੇ, ਬਟ ਦ ਵੈਲਿਊਜ਼ ਆਰ ਕੁਆਇਟ ਸਿਮਿਲਰ। ਤੋ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਕਿਉਂਕਿ ਕੋਲੈਕਟਰ ਬੇਸ ਜੰਕਸ਼ਨ ਨੂੰ ਅਸੀਂ ਰਿਵਰਸ ਬਾਇਸ ਕੀਤਾ ਹੈ ਔਰ ਇਮੀਟਰ ਬੇਸ ਜੰਕਸ਼ਨ ਨੂੰ ਅਸੀਂ ਫਾਰਵਰਡ ਬਾਇਸ ਕੀਤਾ ਹੈ। ਤੋ IC ਜਿਹੜਾ ਵਾ ਅਪਰੋਕਸੀਮੇਟਲੀ ਤੁਹਾਡਾ IE ਦੇ ਇਕੁਅਲ ਆਉਂਦਾ ਹੈ। ਤੋ ਇਹਦੇ ਵਿੱਚ ਜਿਹੜੇ ਕਰਵਸ ਨੇ ਤੁਹਾਨੂੰ ਆਲਮੋਸਟ ਫਲੈਟ ਮਿਲਦੀਆਂ। ਤੋ ਇਹਦੇ ਇਹ ਜਿਹੜੀ ਚੀਜ਼ ਹੈ ਕੀ ਇੰਡੀਕੇਟ ਕਰਦੀ ਹੈ ਕਿ ਜਿਹੜੀ IC ਹੈ ਉਹ ਇਨਕਰੀਜ਼ ਕਰਦੀ ਹੈ ਓਨਲੀ ਸਲਾਈਟਲੀ। ਜਿਵੇਂ VCB ਭਾਵੇਂ ਇਨਕਰੀਜ਼ ਕਰੀ ਜਾ ਰਹੀ ਹੈ ਪਰ IC ਜਿਹੜੀ ਹੈ ਉਹ ਬਹੁਤ ਜ਼ਿਆਦਾ ਸਲੋ ਜਿਹੜੀ ਆ ਉਹ ਇਨਕਰੀਜ਼ ਕਰਦੀ ਹੈ, ਆਲਮੋਸਟ ਜਿਹੜੀ ਹੈ ਕੰਸਿਸਟੈਂਟ ਹੈ ਵਿਦ ਦ IE ਵੈਲਿਊਜ਼। ਔਰ ਨੈਕਸਟ ਤੁਹਾਡੇ ਕੋਲ ਆਉਂਦਾ ਹੈ ਸੈਚੂਰੇਸ਼ਨ ਰੀਜਨ। ਸੈਚੂਰੇਸ਼ਨ ਰੀਜਨ ਦੇ ਵਿੱਚ ਜਿਹੜੇ ਆ ਬੋਥ ਇਮੀਟਰ ਔਰ ਕੋਲੈਕਟਰ ਜੰਕਸ਼ਨ ਦੋਨੋਂ ਫਾਰਵਰਡ ਬਾਇਸ ਨੇ। ਦੇਖੋ 0 ਤੋਂ ਇੱਧਰ ਵਾਲੀ ਸਾਈਡ 'ਤੇ ਜਿਹੜੀ ਵੈਲਿਊਜ਼ ਆ ਇੱਧਰ ਵੀ ਇਹ ਫਾਰਵਰਡ ਬਾਇਸਿੰਗ ਆ, ਇੱਧਰ ਤੁਹਾਡੀ ਮਾਈਨਸ ਵੈਲਿਊ ਹੈ, ਇੱਧਰ ਤੁਹਾਡੀ ਰਿਵਰਸ ਬਾਇਸਿੰਗ ਆ। ਤੋ ਇਹ ਜਿਹੜਾ ਜੰਕਸ਼ਨ ਹੈ ਇਹ ਜਿਹੜਾ ਰੀਜਨ ਹੈ ਸੈਚੂਰੇਸ਼ਨ ਰੀਜਨ ਇਹਨੂੰ ਅਸੀਂ ਬੋਲਦੇ ਹਾਂ। ਇਹਦੇ ਵਿੱਚ VCB ਤੋਂ ਲੈਫਟ ਵਾਲੀ ਸਾਈਡ 'ਤੇ ਜਿਹੜਾ ਵੀ ਰੀਜਨ ਹੈ ਇਹ ਸਾਰਾ ਸੈਚੂਰੇਸ਼ਨ ਰੀਜਨ ਆ ਜਾਂਦਾ ਹੈ। ਤੋ ਫਰਦਰ ਤੁਹਾਡਾ ਆਉਂਦਾ ਹੈ ਕੱਟ ਆਫ ਰੀਜਨ। ਕੱਟ ਆਫ ਰੀਜਨ ਉਦੋਂ ਹੈ ਜਦੋਂ ਇਮੀਟਰ ਅਤੇ ਕੋਲੈਕਟਰ ਦੋਨੋਂ ਹੀ ਰਿਵਰਸ ਬਾਇਸਡ ਨੇ, ਮਤਲਬ IE 0 ਹੈ, ਇਹ ਤੋਂ ਨੀਚੇ ਦੀ ਵੈਲਿਊ ਤਾਂ ਮਾਈਨਸ ਹੀ ਹੋਏਗੀ, ਮਤਲਬ ਇਹ ਵੀ ਰਿਵਰਸ ਬਾਇਸਡ ਹੈ, ਔਰ ਜਿਹੜਾ ਆਊਟਪੁੱਟ ਜੰਕਸ਼ਨ ਹੈ ਉਹ ਤਾਂ ਰਿਵਰਸ ਬਾਇਸਡ ਹੀ ਹੈ। ਤਾਂ ਇਸ ਰੀਜਨ ਦੇ ਵਿੱਚ ਦੋਨੋਂ ਜਿਹੜੇ ਨੇ ਉਹ ਰਿਵਰਸ ਬਾਇਸਡ ਹੀ ਹੁੰਦੇ ਨੇ। ਤੋ ਇਹਦੀਆਂ ਕਨਕਲੂਜਨਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਕੋਲੈਕਟਰ ਵੋਲਟੇਜ ਨੂੰ ਹੋਰ ਜ਼ਿਆਦਾ ਨੈਗੇਟਿਵ ਕਰਦੇ ਹਾਂ ਤਾਂ ਇਨੀਸ਼ੀਅਲੀ ਰੈਪਿਡ ਔਰ ਉਸ ਤੋਂ ਬਾਅਦ ਕੌਨਸਟੈਂਟ ਇਨਕਰੀਜ਼ ਆਉਂਦਾ ਹੈ। ਇਨੀਸ਼ੀਅਲੀ ਜਲਦੀ ਵੱਧਦਾ ਹੈ, ਫਿਰ ਅੱਗੇ ਜਾ ਕੇ ਹੌਲੀ ਤੁਹਾਡਾ ਜਿਹੜਾ ਕੋਲੈਕਟਰ ਕਰੰਟ ਜਿਹੜਾ ਵਾ ਉਹ ਇਨਕਰੀਜ਼ ਹੋ ਰਿਹਾ। ਫॉर ਐਵਰੀ ਕਰਵ ਯੂ ਕੈਨ ਸੀ ਦਿਸ, ਇਨੀਸ਼ੀਅਲੀ ਬਹੁਤ ਸ਼ਾਰਪ ਇਨਕਰੀਜ਼ ਹੈ ਔਰ ਫਰਦਰ ਜਾ ਕੇ ਬਹੁਤ ਜ਼ਿਆਦਾ ਸਲੋ ਜਿਹੜਾ ਵਾ ਉਹ ਤੁਹਾਡਾ ਇਨਕਰੀਜ਼ ਹੈ। ਔਰ ਇੱਕ ਜਿਹੜਾ ਵਾ ਪੁਆਇੰਟ ਜਿਹੜਾ ਵਾ ਉਹ ਆ ਜਾਂਦਾ ਹੈ ਜਿੱਥੇ ਜਾ ਕੇ ਜਿਹੜੀ ਕਰਵ ਹੈ ਉਹ ਬੈਂਡ ਕਰਦੀ ਹੈ, ਔਰ ਆਫਟਰ ਦੈਟ ਜਿਹੜਾ IC ਹੈ ਉਹ ਆਲਮੋਸਟ ਫਲੈਟ ਹੋ ਜਾਂਦਾ ਹੈ ਔਰ ਸਿਰਫ IE ਦੇ ਉੱਪਰ ਡਿਪੈਂਡ ਕਰਦਾ ਹੈ। ਤਾਂ ਆਲਮੋਸਟ ਜਿਹੜਾ ਵਾ ਉਹ VCB ਤੋਂ ਜਿਹੜਾ ਵਾ ਇੰਡੀਪੈਂਡੈਂਟ ਹੋ ਜਾਂਦਾ, ਮਤਲਬ VCB ਨੂੰ ਤੁਸੀਂ ਵਧਾਓ ਫਿਰ ਵੀ IC ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵਾ ਡਿਫਰੈਂਸ ਨਹੀਂ ਆਉਂਦਾ। ਤਾਂ IC ਬਿਕਮਸ ਇੰਡੀਪੈਂਡੈਂਟ ਆਫ VCB। ਤਾਂ ਇਹ ਜਿਹੜੇ ਰਿਲੇਸ਼ਨਸ਼ਿਪਸ ਹੈ ਇਹ ਬਹੁਤ ਜ਼ਿਆਦਾ ਯੂਜ਼ ਹੁੰਦੇ ਨੇ। ਤੁਸੀਂ ਕਿਸੇ ਜਗ੍ਹਾ ਦੇ ਉੱਪਰ ਕੌਨਸਟੈਂਟ ਕਰੰਟ ਸੋਰਸ ਲਗਾਉਣਾ ਹੋਵੇ ਕਿ ਉਨਾ ਹੀ ਆਏ despite fluctuations in voltage, you can use these characteristics at that point। ਔਰ ਫਰਦਰ ਤੁਸੀਂ ਦੇਖਦੇ ਹੋ ਕਿ ਜਿਵੇਂ ਅਸੀਂ ਉਹਦੇ ਵਿੱਚ ਅਸੀਂ ਨਿਕਾਲਿਆ ਸੀ ਇਨਪੁਟ ਰੈਜ਼ਿਸਟੈਂਸ, ਇਸੇ ਤਰ੍ਹਾਂ ਜਿਹੜੀਆਂ ਆਊਟਪੁੱਟ ਕਰੈਕਟਰਿਸਟਿਕਸ ਹੈ ਉਹ ਤੁਹਾਨੂੰ ਆਊਟਪੁੱਟ ਰੈਜ਼ਿਸਟੈਂਸ ਜਿਹੜਾ ਵਾ ਉਹ ਮਿਲਦਾ ਹੈ। ਆਊਟਪੁੱਟ ਰੈਜ਼ਿਸਟੈਂਸ ਜਿਹੜਾ ਵਾ ਉਹ ਓਬਵੀਅਸਲੀ ਅਸੀਂ ਵੋਲਟੇਜ ਅਪੋਨ
करंट करके ही करांगे, बट इत्थे असी वोल्टेज आउटपुट वोल्टेज लवांगे अपॉन आउटपुट करंट लवांगे। तो डेल्टा VCB, ठीक है, चेंज इन VCB बाय चेंज इन IC। तो ये ਜਿਹੜੀਆਂ ਇਹ दो चीज़ों ਨੂੰ ਅਸੀਂ डिवाइड करांगे और साढ़े कोल R0 आ जाएगा, जिस दिस इज़ द कोलैक्टर रेजिस्टेंस विद अस। तो फर्दर एक होर चीज़ है कि किसी भी गिवन वैल्यू ऑफ इमीटर करंट है, इमीटर करंट की कोई भी एक वैल्यू दी हो, जो कोलैक्टर करंट है वो 0 नहीं बनता, ठीक है। कोलैक्टर करंट जोड़ा वा वो 0 नहीं बनता। और अगर असी IC नू 0 इनक्रीज 0 बनाना है, IC नू असी 0 बनाना है तो रिवर्स करनी पेगी पोलैरिटी। ईवन 0 तो ही तुसी देखो जोड़ा IC है वो कोई ना कोई वैल्यू हैगी है, ठीक है। तो वो वैल्यू जी है वो 0 IC इज इक्वल टू 0 के उपर भी नहीं 0 होती, तो उन्होंने असी रिवर्स जोड़ा वा सानू करना ही पैंदा है, तां ही जोड़ा वा वो साढ़े कोल 0 आता है। और होर चीज़ ये है कि जी IC है वो हमेशा जोड़ा है वो IE दे नाल थोड़ी जी घट होंदी है, क्योंकि साढ़े कोल रिलेशनशिप होंदा वैल नोन, वैसे अगे असी पढ़ांगे I इज इक्वल टू IB प्लस IC। तो IC की वैल्यू IB तो IE तो जी है वो हमेशा थोड़ी घट होएगी, क्योंकि IB का जोड़ा वा वो भी पार्ट में आएगा। तो जी इस मतलब जोड़ा घट होंदा है करंट तां होंदा है क्योंकि बेस दे विच जोड़ा वा वो करंट जोड़ा वा थोड़ा लूज हो जाता वा, क्योंकि इलैक्ट्रॉन होल रिकॉम्बिनेशनस बेसिकली होंदियां ने। तो उन्हां दे करके जोड़ा वा वो साढ़े कोल IC की वैल्यू IE तो हमेशा घट होंदी है, नीयरली इक्वल है बट नॉट एग्जैक्टली इक्वल।